ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਿਛਲੀਆਂ ਕੁਝ ਵੀਡੀਓਜ਼ ਤੋਂ ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਭਾਸ਼ਾ ਦੇ ਪਾਰਟਸ ਆਫ ਸਪੀਚ ਦੀ, ਭਾਵ ਕਿ ਵਾਕ ਦੀਆਂ ਇਕਾਈਆਂ ਨੂੰ ਕੀ ਕਿਹਾ ਜਾਂਦਾ ਹੈ, ਉਹਨਾਂ ਦਾ ਉੱਥੇ ਕੀ ਮਕਸਦ ਹੁੰਦਾ ਹੈ, ਜਾਂ ਫਿਰ ਹੋਰਾਂ ਸ਼ਬਦਾਂ ਦੇ ਨਾਲ ਉਹਨਾਂ ਦਾ ਕੀ ਸੰਬੰਧ ਹੁੰਦਾ ਹੈ। ਇਹਨਾਂ ਦੀ ਗੱਲ ਕਰਦਿਆਂ ਆਪਾਂ ਗੱਲ ਕੀਤੀ ਨਾਂਵ ਦੀ ਅਤੇ ਪੜਨਾਂਵ ਦੀ। ਇੱਥੋਂ ਤੱਕ ਕਿ ਬੇਸਿਕ ਇਨਫੋਰਮੇਸ਼ਨ ਮੈਂ ਤੁਹਾਨੂੰ ਦੇ ਚੁੱਕੀ ਹਾਂ, ਕਿਰਿਆ ਦੀ ਵੀ, ਵਰਬ ਦੀ ਵੀ। ਅੱਜ ਕੱਲ੍ਹ ਕਰਾਂਗੇ ਕਿਰਿਆ ਦੇ ਬਾਰੇ ਹੀ ਹੋਰ ਜਾਣਨ ਬਾਰੇ। ਅੱਜ ਦੋ ਹੋਰ ਨਵੀਆਂ ਚੀਜ਼ਾਂ ਨੂੰ ਜਾਣਾਂਗੇ। ਉਹਨਾਂ ਵਿੱਚ ਪਹਿਲੀ ਹੈ ਜੀ ਰੂਟ ਅਤੇ ਦੂਸਰੀ ਹੈ ਪਾਰਟੀਸਿਪਲ, ਜਿਹਨੂੰ ਕਿ ਪੰਜਾਬੀ ਵਿੱਚ ਆਪਾਂ ਆਖਦੇ ਹਾਂ ਧਾਤੂ ਅਤੇ ਕਾਰਦੰਤਕ। ਸੋ ਚਲੋ ਫਿਰ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਸ਼ੁਰੂਆਤ ਕਰਦੇ ਹਾਂ ਧਾਤੂ ਰਚਨਾ ਨਾਲ, ਫਾਰਮੇਸ਼ਨ ਆਫ ਰੂਟ। ਜਦੋਂ ਆਪਾਂ ਕਿਰਿਆ ਦੀ ਗੱਲ ਕਰਦੇ ਹਾਂ, ਸੋ ਕਿਰਿਆ ਦੇ ਵੱਖਰੇ ਰੂਪ ਸਾਨੂੰ ਸਾਹਮਣੇ ਆਉਂਦੇ ਹਨ। ਜੇ ਆਪਾਂ ਜਾਣਾ ਕਹਿ ਦਈਏ, ਜਾਵੇਗਾ, ਜਾਂਦਾ, ਅਜਿਹੇ ਵੱਖਰੇ ਰੂਪ ਹੁੰਦੇ ਹਨ। ਪਰ ਉਹਦਾ ਧਾਤੂ ਕੀ ਹੈ, ਭਾਵ ਕਿ ਉਹਦੀ ਰੂਟ ਕੀ ਹੈ, ਉਹਦਾ ਮੂਲ ਕੀ ਹੈ, ਜਿੱਥੋਂ ਉਹ ਸ਼ੁਰੂ ਹੋਈ ਹੈ। ਜਿਵੇਂ ਕਿ ਜੇ ਆਪਾਂ ਐਗਜ਼ਾਮਪਲ ਲੈਣੀ ਹੋਵੇ, ਸੋ ਸਾਡੇ ਕੋਲ ਜਿਹੜਾ ਧਾਤੂ ਹੈ ਉਹ ਹੈ ਦਾ। ਦਾ ਦਾ ਅਰਥ ਹੁੰਦਾ ਹੈ ਦੇਣਾ। ਜੇ ਆਪਾਂ ਪ੍ਰਾਚੀਨ ਬੋਲੀਆਂ ਦੀ ਗੱਲ ਕਰੀਏ, ਜੇ ਆਪਾਂ ਸੰਸਕ੍ਰਿਤ ਦੀ ਗੱਲ ਕਰੀਏ ਇਸ ਕੇਸ ਦੇ ਵਿੱਚ, ਸੋ ਦਾ ਦਾ ਮਤਲਬ ਹੈ ਦੇਣਾ। ਪਰ ਇਹਦੇ ਤੋਂ ਅਸੀਂ ਅੱਗੇ ਕਿੰਨੇ ਹੋਰ ਸ਼ਬਦ ਬਣਾ ਲਏ ਹਨ। ਦੇਣਾ, ਦਿੰਦਾ, ਦੇਵੇਗਾ, ਦਿੰਦਾ ਹੈ, ਦਿੰਦਾ ਸੀ, ਦਾਨੀ, ਦਾਨ, ਬਹੁਤ ਸਾਰੇ ਸਾਡੇ ਕੋਲ ਸ਼ਬਦ ਹਨ। ਪਰ ਇਹਦਾ ਜਿਹੜਾ ਬੇਸ ਹੈ, ਇਹਦਾ ਜਿਹੜਾ ਮੂਲ ਹੈ, ਜਿਹਦੇ ਸਿਰ ਤੇ ਇਹ ਸ਼ਬਦ ਅੱਗੇ ਹੋਰ ਬਣੇ ਹਨ, ਉਹਦਾ ਵਰਡ ਦਾ ਹੈ। ਸੋ ਇਦਾਂ ਦੇ ਧਾਤੂ ਸ਼ਬਦ ਜਿਹੜੇ ਹੁੰਦੇ ਹਨ ਉਹ ਬੇਸ ਹੁੰਦੇ ਹਨ, ਅਤੇ ਇਸ ਤੋਂ ਤੁਸੀਂ ਬਾਅਦ ਵਿੱਚ ਹੋਰ ਵੱਖਰੀਆਂ ਬਹੁਤ ਸਾਰੀ ਤਰ੍ਹਾਂ ਦੀਆਂ ਕਿਰਿਆਵਾਂ ਬਣਾ ਸਕਦੇ ਹੋ। ਸੋ ਇਦਾਂ ਦੇ ਹਿਸਾਬ ਨਾਲ ਧਾਤੂ ਜਿਹੜੇ ਹੁੰਦੇ ਹਨ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਜੀ ਮੂਲ ਧਾਤੂ ਅਤੇ ਫਿਰ ਹੈ ਜੀ ਰਚਿਤ ਧਾਤੂ। ਸੋ ਪਹਿਲਾਂ ਗੱਲ ਕਰ ਲੈਂਦੇ ਹਾਂ ਮੂਲ ਧਾਤੂ ਦੀ। ਜਿਹੜਾ ਧਾਤੂ ਕਿਸੇ ਹੋਰ ਸ਼ਬਦ ਤੋਂ ਨਾ ਬਣਿਆ ਹੋਵੇ, ਉਹਦੀ ਉਤਪਤੀ ਆਪਣੇ ਚੋਂ ਹੀ ਹੋਈ ਹੋਵੇ, ਕਿਸੇ ਹੋਰ ਵਰਡ ਚੋਂ ਨਾ ਆਇਆ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਜੀ ਮੂਲ ਧਾਤੂ। ਜਿਵੇਂ ਕਿ ਲਿਖ, ਪੜ੍ਹ, ਸੁਣ, ਗਾ, ਅਜਿਹੇ ਜਿਹੜੇ ਸਾਡੇ ਕੋਲ ਸ਼ਬਦ ਹਨ ਇਹ ਹਾਂਜੀ ਮੂਲ ਧਾਤੂ। ਪਰ ਜਦੋਂ ਅਸੀਂ ਇਹਨਾਂ ਤੋਂ ਹੋਰ ਸ਼ਬਦ ਬਣਾਉਂਦੇ ਹਾਂ, ਜਦੋਂ ਕਿਸੇ ਹੋਰ ਧਾਤੂ ਨਾਲ ਜਾਂ ਕਿਸੇ ਹੋਰ ਸ਼ਬਦ ਨਾਲ ਬਣ ਕੇ ਹੋਰ ਧਾਤੂ ਬਣਦੇ ਹਨ, ਉਹਨਾਂ ਨੂੰ ਅਸੀਂ ਆਖਦੇ ਹਾਂ ਰਚਿਤ ਧਾਤੂ। ਜਿਵੇਂ ਕਿ ਲਿਖਾ, ਪੜਾ, ਸੁਣਾ, ਅਜਿਹੇ ਜਿਹੜੇ ਸ਼ਬਦ ਸਾਡੇ ਕੋਲ ਆ ਜਾਂਦੇ ਹਨ ਇਹ ਹੁੰਦੇ ਹਨ ਰਚਿਤ ਧਾਤੂ, ਰਚੇ ਹੋਏ ਧਾਤੂ। ਸੋ ਮੂਲ ਧਾਤੂ ਤੇ ਰਚਿਤ ਧਾਤੂ ਦੇ ਵਿੱਚ ਡਿਫਰੈਂਸ ਤਾਂ ਇਹੀ ਹੈ ਕਿ ਮੂਲ ਧਾਤੂ ਤੋਂ ਹੀ ਅਸਲ ਵਿੱਚ ਰਚਿਤ ਧਾਤੂ ਬਣਿਆ ਹੈ, ਕੁਛ ਨਾ ਕੁਛ ਜੋੜ ਤੋੜ ਕਰਕੇ। ਪਰ ਇਹ ਜਿਹੜੀ ਜੋੜ ਤੋੜ ਹੋ ਰਹੀ ਹੈ ਵੱਖਰੇ ਤਰੀਕਿਆਂ ਦੀ ਹੁੰਦੀ ਹੈ, ਤੇ ਇਹਦੇ ਹਿਸਾਬ ਨਾਲ ਇਹਦੀਆਂ ਕੁਝ ਕਿਸਮਾਂ ਵੀ ਅੱਗੇ ਹੁੰਦੀਆਂ ਹਨ। ਪਹਿਲੀ ਗੱਲ ਕਰਦੇ ਹਾਂ ਨਾਮ ਧਾਤੂ ਦੀ। ਸੋ ਜਦੋਂ ਨਾਮ ਦੀ ਮਦਦ ਦੇ ਨਾਲ ਜਾਂ ਕਿਸੇ ਨਾਮ ਦੀ ਮਦਦ ਦੇ ਨਾਲ ਜਦੋਂ ਆਪਾਂ ਇਹਨੂੰ ਕਹਿੰਦੇ ਹਾਂ ਕਿ ਅੱਗੇ ਇੱਕ ਧਾਤੂ ਬਣ ਗਿਆ ਹੈ ਜਾਂ ਅੱਗੇ ਇੱਕ ਵਰਡ ਬਣ ਗਿਆ ਹੈ, ਸੋ ਉੱਥੇ ਉਹ ਨਾਮ ਧਾਤੂ ਹੁੰਦਾ ਹੈ। ਲੈਟਸ ਸੇ ਕਿ ਆਪਾਂ ਕਹਿੰਦੇ ਹਾਂ ਕੰਮ। ਸੋ ਕੰਮ ਆਪਣੇ ਆਪ ਵਿੱਚ ਇੱਕ ਵਰਡ ਹੈ, ਪਰ ਉਸ ਤੋਂ ਜਦੋਂ ਆਪਾਂ ਕਮਾਉਣਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਸੋ ਉੱਥੇ ਸਾਡੇ ਕੋਲ ਇੱਕ ਨਾਮ ਧਾਤੂ ਬਣਨਾ ਸ਼ੁਰੂ ਹੋ ਜਾਂਦਾ ਹੈ। ਫਿਰ ਸਾਡੇ ਕੋਲ ਆਉਂਦਾ ਹੈ ਨਕਲੀ ਧਾਤੂ ਜਾਂ ਨਕਲ ਧਾਤੂ। ਸੋ ਇਹਦੇ ਵਿੱਚ ਕੀ ਹੁੰਦਾ ਹੈ, ਨਕਲੀ ਰੂਪ ਦੇ ਵਿੱਚ ਧਾਤੂ, ਮਤਲਬ ਕਿ ਮੈਂ ਆਪਣੇ ਆਪ ਨੂੰ ਪ੍ਰੋਜੈਕਟ ਹੀ ਕਰ ਰਿਹਾ ਹਾਂ ਕਿ ਮੈਂ ਧਾਤੂ ਹਾਂ। ਸੋ ਲਿਖ ਤੋਂ ਜੇ ਮੈਂ ਲਿਖਾ ਕਰ ਦਿੰਦੀ ਹਾਂ, ਤੇ ਸਾਡੇ ਕੋਲ ਜਦੋਂ ਆਪਾਂ ਕਿਰਿਆ ਦੀ ਗੱਲ ਕਰਦੇ ਹਾਂ, ਇੱਕ ਪਾਸੇ ਤਾਂ ਲਿਖ ਤੋਂ ਬਣਨੀ ਸੀ ਲਿਖਣਾ, ਪਰ ਇੱਥੇ ਲਿਖਾ ਤੋਂ ਬਣ ਰਹੀ ਹੈ ਲਿਖਾਉਣਾ। ਸੋ ਇੱਥੇ ਇੱਕ ਤਰ੍ਹਾਂ ਨਾਲ ਮੈਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਨਹੀਂ, ਬੇਸ ਧਾਤੂ ਤਾਂ ਮੈਂ ਹੀ ਹਾਂ, ਪਰ ਅਸਲ ਵਿੱਚ ਲਿਖਾ ਵੀ ਲਿਖ ਤੋਂ ਹੀ ਬਣਿਆ ਸੀ, ਪਰ ਲਿਖਾ ਨੇ ਆਪਣੇ ਆਪ ਨੂੰ ਇੱਕ ਵੱਖਰਾ ਧਾਤੂ ਦੇ ਰੂਪ ਵਿੱਚ ਇੱਥੇ ਪ੍ਰੈਜ਼ੈਂਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਉੱਥੇ ਉਹ ਇੱਕ ਨਕਲੀ ਧਾਤੂ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਇਹ ਵੀ ਹੁੰਦਾ ਹੈ ਜਿੱਥੇ ਅਸੀਂ ਇਸ ਨਕਲਪੁਣੇ ਨੂੰ ਕਾਫੀ ਅਗਾ ਲੈ ਜਾਂਦੇ ਹਾਂ। ਜਿਵੇਂ ਕਿ ਬੂਹੇ ਦੀ ਜਿਹੜੀ ਖਟਖਟ ਹੈ, ਉਹ ਆਵਾਜ਼ ਹੈ ਜਿਹੜੀ ਖਟਖਟ, ਉਸ ਤੋਂ ਆਪਾਂ ਵਰਡ ਕੀ ਬਣਾਇਆ, ਖਟਖਟਾਉਣਾ। ਉਹ ਕੰਪਲੀਟਲੀ ਵੱਖਰਾ ਸੀ, ਉਹ ਨਕਲ ਹੋ ਰਹੀ ਸੀਗੀ। ਪਰ ਅਜਿਹੇ ਜਿਹੜੇ ਸ਼ਬਦ ਆਉਂਦੇ ਹਨ ਉਹ ਹੁੰਦੇ ਹਨ ਜੀ ਨਕਲੀ ਧਾਤੂ ਦੇ ਵਿੱਚ। ਫਿਰ ਸਾਡੇ ਕੋਲ ਆਉਂਦਾ ਹੈ ਸੰਯੁਕਤ ਧਾਤੂ, ਜਿੱਥੇ ਕੋਈ ਚੀਜ਼ ਸੰਯੁਕਤ ਹੋ ਰਹੀ ਹੈ, ਭਾਵ ਕਿ ਦੋ ਚੀਜ਼ਾਂ ਮਿਲ ਰਹੀਆਂ ਹਨ। ਦੋ ਵੱਖਰੇ ਧਾਤੂਆਂ ਨੂੰ ਜਾਂ ਦੋ ਸ਼ਬਦਾਂ ਨੂੰ ਇਕੱਠਾ ਕਰਕੇ ਜਦੋਂ ਅਸੀਂ ਇੱਕ ਧਾਤੂ ਦੇ ਰੂਪ ਵਿੱਚ ਜਾਂ ਇੱਕ ਸ਼ਬਦ ਦੇ ਰੂਪ ਵਿੱਚ ਅੱਗੇ ਪੇਸ਼ ਕਰਦੇ ਹਾਂ, ਜਿਵੇਂ ਆਪਾਂ ਕਹਿਣਾ ਹੋਵੇ ਪੜ੍ਹਿਆ ਕਰ, ਲਿਖਿਆ ਕਰ। ਸੋ ਪੜ੍ਹਿਆ ਆਲਰੇਡੀ ਪੜ੍ਹ ਤੋਂ ਬਣ ਕੇ ਆਇਆ ਸੀ, ਨਾਲ ਇੱਕ ਆਪਾਂ ਕਰ ਲਾ ਦਿੱਤਾ। ਸੋ ਦੋ ਵੱਖਰੇ ਧਾਤੂਆਂ ਨੂੰ ਜੋੜ ਕੇ ਆਪਾਂ ਇੱਕ ਕੰਪਲੀਟਲੀ ਡਿਫਰੈਂਟ ਵਰਡ ਬਣਾ ਦਿੱਤਾ, ਜਿਹਦਾ ਕਿ ਮਤਲਬ ਹੀ ਅਲੱਗ ਹੈ। ਇੱਥੇ ਆਪਾਂ ਕਿਸੇ ਨੂੰ ਹੁਣ ਆਪਾਂ ਤਾਕੀਦ ਕਰ ਰਹੇ ਹਾਂ ਕਿ ਪੜ੍ਹਿਆ ਕਰ ਜਾਂ ਲਿਖਿਆ ਕਰ। ਸੋ ਇਦਾਂ ਦੇ ਜਿਹੜੇ ਹੁੰਦੇ ਹਨ ਇਹ ਹੁੰਦੇ ਹਨ ਜੀ ਸੰਯੁਕਤ ਧਾਤੂ। ਕਈ ਵਾਰ ਇਹਦੇ ਵਿੱਚ ਤੁਸੀਂ ਐਕਸਟ੍ਰੀਮ ਰੂਪ ਵੀ ਵੇਖਦੇ ਹੋ, ਜਿਵੇਂ ਕਿ ਸਾਡੇ ਕੋਲ ਸ਼ਬਦ ਆਇਆ ਪਾਲ ਤੇ ਸਾਡੇ ਕੋਲ ਸ਼ਬਦ ਆਇਆ ਪੋਸ਼। ਸੋ ਪਾਲ ਪੋਸ਼ ਤਾਂ ਸਾਡੇ ਕੋਲ ਠੀਕ ਹੈ ਸ਼ਬਦ ਸੀ, ਕਿਉਂਕਿ ਦੋ ਵੱਖਰੇ
शब्द से ਅਸੀਂ ਇਕੱਠੇ ਕੀਤੇ ਸੀ, ਪਰ ਇਹਨਾਂ ਦੋਵਾਂ ਤੋਂ ਆਪਾਂ ਫਿਰ ਇੱਕ ਹੋਰ ਅੱਗੇ ਵਰਡ ਬਣਾ ਦਿੱਤਾ, ਉਹ ਹੈ ਪਲੋਸਣਾ। ਸੋ ਉੱਥੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਸੰਯੁਕਤ ਤਾਂ ਹਨ ਹੀ, ਪਰ ਇਹ ਕਾਫੀ ਅਗਾਂਹ ਤੱਕ ਜਾ ਕੇ ਹੁਣ ਆਪਣੀ ਸੰਯੁਕਤਤਾ ਵਿਖਾ ਰਹੇ ਹਨ। ਅਤੇ ਫਿਰ ਸਾਡੇ ਕੋਲ ਆਉਂਦਾ ਹੈ ਜੀ ਪ੍ਰੇਰਨਾਰਥਕ ਧਾਤੂ, ਜਿਹਦੇ ਵਿੱਚ ਕੀ ਕਰਤਾ ਕੰਮ ਆਪ ਕਰਨ ਦੀ ਬਜਾਏ ਜਦੋਂ ਕਿਸੇ ਹੋਰ ਤੋਂ ਕਰਵਾਉਂਦਾ ਹੈ। ਸੋ ਉੱਥੇ ਜਿਹੜਾ ਸ਼ਬਦ ਆਪਾਂ ਵਰਤਦੇ ਹਾਂ ਉਹ ਇੱਥੇ ਪ੍ਰੇਰਨਾ ਲੈ ਕੇ ਬਣਿਆ ਹੈ। ਜਿਵੇਂ ਕਿ ਜੇ ਮੈਂ ਕਹਿਣਾ ਹੋਵੇ ਅਧਿਆਪਕ ਨੇ ਸੋਨੂ ਤੋਂ ਪਾਠ ਪੜ੍ਹਾਇਆ, ਸੋ ਇੱਥੇ ਅਧਿਆਪਕ ਨੇ ਆਪ ਨਹੀਂ ਪੜ੍ਹਿਆ ਹੈ, ਕਿਸੇ ਹੋਰ ਤੋਂ ਕੰਮ ਕਰਵਾਇਆ ਹੈ। ਸੋ ਇੱਥੇ ਜਿਹੜਾ ਪੜਵਾਇਆ, ਲਿਖਵਾਇਆ, ਕਰਵਾਇਆ, ਅਜਿਹੇ ਜਿਹੜੇ ਸ਼ਬਦ ਆਉਂਦੇ ਹਨ ਇਹ ਪ੍ਰੇਰਨਾ ਲੈ ਕੇ ਬਣੇ ਹੋਏ ਹਨ, ਇਹ ਆਉਂਦੇ ਹਨ ਜੀ ਪ੍ਰੇਰਨਾਰਥਕ ਧਾਤੂ ਦੇ ਵਿੱਚ। ਸੋ ਇਸ ਤਰੀਕੇ ਨਾਲ ਤੁਸੀਂ ਜਾਣਿਆ ਕਿ ਜਿਹੜੇ ਰੂਟ ਵਰਡਸ ਹਨ, ਜਿਹੜੇ ਮੂਲ ਸ਼ਬਦ ਹਨ, ਜਿਹੜੇ ਧਾਤੂ ਹਨ, ਉਹਨਾਂ ਤੋਂ ਤੁਸੀਂ ਕਾਫੀ ਸਾਰੇ ਤਰ੍ਹਾਂ ਦੇ ਅੱਗੇ ਸ਼ਬਦ, ਅੱਗੇ ਕਿਰਿਆਵਾਂ ਬਣਾ ਸਕਦੇ ਹੋ। ਇਹ ਰੂਟ ਵਰਡਸ ਤੁਹਾਨੂੰ ਹਿੰਦੀ, ਸੰਸਕ੍ਰਿਤ, ਪੰਜਾਬੀ, ਇੰਗਲਿਸ਼ ਸਭ ਵਿੱਚ ਮਿਲਦੇ ਹਨ। ਜੇ ਮੈਂ ਤੁਹਾਨੂੰ ਅੰਗਰੇਜ਼ੀ ਦੀ ਗੱਲ ਕਰਾਂ, ਜਿਵੇਂ ਆਪਾਂ ਕਹਿੰਦੇ ਹਾਂ ਕਿ ਐਂਟਾਈ ਵਰਡ ਹੈ, ANTI, ਉਸ ਤੋਂ ਤੁਸੀਂ ਐਂਟੀਸੈਪਟਿਕ ਵੀ ਕਹਿ ਦਿੰਦੇ ਹੋ, ਐਂਟੀਬਾਡੀ ਵੀ ਕਹਿ ਦਿੰਦੇ ਹੋ, ਐਂਟੀਬੈਕਟੀਰੀਅਲ ਵੀ ਕਹਿੰਦੇ ਹੋ, ਐਂਟੀਜਨ ਵੀ ਕਹਿੰਦੇ ਹੋ। ਸੋ ਤੁਸੀਂ ਬਹੁਤ ਸਾਰੇ ਵਰਡ ਬਣਾ ਦਿੰਦੇ ਹੋ। ਇਸੇ ਤਰੀਕੇ ਨਾਲ ਹੀ ਹਿੰਦੀ, ਸੰਸਕ੍ਰਿਤ, ਪੰਜਾਬੀ ਵਿੱਚ ਬਣਦੇ ਹਨ। ਜੇ ਤੁਸੀਂ ਸੰਸਕ੍ਰਿਤ ਤੋਂ ਥੋੜੇ ਜਿਹੇ ਵੀ ਜਾਣੂ ਹੋ ਸੋ ਫਿਰ ਤੁਸੀਂ ਕਾਫੀ ਸਾਰੀਆਂ ਲੈਂਗੁਏਜਸ ਨੂੰ ਸਮਝ ਸਕਦੇ ਹੋ। ਜੇ ਤੁਸੀਂ ਸੰਸਕ੍ਰਿਤ ਪੜ੍ਹੀ ਹੋਵੇ, ਸੋ ਜਦੋਂ ਆਪਾਂ ਸੰਧੀ ਕਰਦੇ ਸੀ ਜਾਂ ਵਿਛੇਦ ਕਰਦੇ ਸੀ, ਸੋ ਮੂਲ ਧਾਤੂ ਨੂੰ ਆਪਾਂ ਡਿਫਰੈਂਟ ਅਲੱਗ ਕਰ ਲੈਂਦੇ ਸੀ ਤੇ ਬਾਅਦ ਵਿੱਚ ਜੋ ਵੀ ਸ਼ਬਦ ਸਾਡੇ ਕੋਲ ਆਉਂਦਾ ਸੀ ਉਹਦਾ ਅਗੇਤਰ ਕੀ ਸੀ ਜਾਂ ਉਹਦਾ ਪਿਛੇਤਰ ਕੀ ਸੀ, ਉਸ ਹਿਸਾਬ ਨਾਲ ਆਪਾਂ ਸੰਧੀ ਕਰਦੇ ਸੀ। ਜੇ ਤੁਹਾਨੂੰ ਯਾਦ ਹੀ ਹੋਵੇ ਵਿਦਿਆ ਪਲਸ ਆਲਿਆ, ਵਿਦਿਆਲਿਆ। ਸੋ ਅਜਿਹੇ ਜਿਹੜੇ ਸ਼ਬਦ ਹਨ ਉਹ ਅਸਲ ਵਿੱਚ ਕਿਸੇ ਵੀ ਭਾਸ਼ਾ ਦਾ ਮੂਲ, ਉਹਦਾ ਬੇਸ ਹੁੰਦੇ ਹਨ। ਸੋ ਇੱਥੇ ਵੀ ਆਪਾਂ ਉਹਨਾਂ ਰੂਟ ਵਰਡਸ ਦੀ, ਉਹਨਾਂ ਧਾਤੂਆਂ ਦੀ ਹੀ ਗੱਲ ਕੀਤੀ ਹੈ। ਹੁਣ ਇਹਨਾਂ ਧਾਤੂਆਂ ਦੇ ਸੰਬੰਧ ਵਿੱਚ ਹੀ ਇੱਕ ਹੋਰ ਸ਼ਬਦ ਹੈ ਜਿਹੜਾ ਕਿ ਤੁਹਾਨੂੰ ਸਮਝਣ ਦੀ ਇੱਥੇ ਲੋੜ ਹੈ, ਉਹ ਹੈ ਕਾਰਦੰਤਕ। ਅੰਗਰੇਜ਼ੀ ਦੇ ਵਿੱਚ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਪਾਰਟੀਸਿਪਲ। ਸੋ ਚਲੋ ਹੁਣ ਉਹਦੀ ਗੱਲ ਕਰਦੇ ਹਾਂ। ਹੁਣ ਕਾਰਦੰਤਕ ਜਿਹੜੇ ਹੁੰਦੇ ਹਨ ਉਹ ਸ਼ਬਦ ਹੁੰਦੇ ਹਨ ਜਿਹੜੇ ਧਾਤੂਆਂ ਤੋਂ ਬਣਦੇ ਹਨ, ਕਿਰਿਆ ਵਰਗੇ ਲੱਗਦੇ ਹਨ ਪਰ ਕਿਰਿਆ ਨਹੀਂ ਹੁੰਦੇ। ਹੁਣ ਕਾਰਦੰਤਕ ਦੀਆਂ ਵੈਸੇ ਤਾਂ ਐਗਜ਼ਾਮਪਲਸ ਬਹੁਤ ਜ਼ਿਆਦਾ ਸੌਖੀਆਂ ਹਨ, ਪਰ ਪਹਿਲਾਂ ਮੈਂ ਤੁਹਾਨੂੰ ਇਹਦੀਆਂ ਕਿਸਮਾਂ ਦੱਸ ਦਿੰਦੀ ਹਾਂ। ਕਿਸਮਾਂ ਜਦੋਂ ਦੱਸਾਂਗੀ ਉਹਦੇ 'ਚ ਐਗਜ਼ਾਮਪਲ ਦੱਸਾਂਗੀ ਤੇ ਤੁਹਾਨੂੰ ਸਮਝ ਆ ਜਾਵੇਗਾ ਕਿ ਮੈਂ ਕਾਰਦੰਤਕ ਦੀ ਜਦੋਂ ਗੱਲ ਕਰਦੀ ਹਾਂ ਤਾਂ ਇਹ ਕਿੱਦਾਂ ਦੇ ਸ਼ਬਦ ਹੁੰਦੇ ਹਨ। ਹੁਣ ਕਾਰਦੰਤਕ ਦੀਆਂ ਹੁੰਦੀਆਂ ਹਨ 4 ਕਿਸਮਾਂ। ਪਹਿਲੀ ਹੁੰਦੀ ਹੈ ਭਾਵਾਰਥ ਕਾਰਦੰਤਕ, ਇਨਫਿਨਿਟਿਵ ਪਾਰਟੀਸਿਪਲ। ਸੋ ਇਹਦੇ ਵਿੱਚ ਕਿਸੇ ਵੀ ਮੂਲ ਰੂਪ ਦੇ ਵਿੱਚ ਜਾਂ ਰਚਿਤ ਧਾਤੂ ਦੇ ਪਿੱਛੇ ਤੁਸੀਂ ਨਾ, ਨੰਨੇ ਨੂੰ ਕੰਨਾ ਜਾਂ ਫਿਰ ਨਾਣੇ ਨੂੰ ਕੰਨਾ ਲਾ ਕੇ ਇੱਕ ਹੋਰ ਸ਼ਬਦ ਬਣਾ ਦਿੰਦੇ ਹੋ, ਇੱਕ ਹੋਰ ਕਿਰਿਆ ਅਸਲ ਵਿੱਚ ਬਣਾ ਦਿੰਦੇ ਹੋ। ਜਿਵੇਂ ਕਿ ਲਿਖ ਤੋਂ ਤੁਸੀਂ ਕਹਿ ਦਿੱਤਾ ਲਿਖਣਾ, ਗਿਣ ਤੋਂ ਕਹਿ ਦਿੱਤਾ ਗਿਣਨਾ। ਸੋ ਲਿਖਣਾ, ਪੜ੍ਹਨਾ, ਗਿਣਨਾ, ਜਾਣਾ, ਪੀਣਾ, ਸੌਣਾ, ਅਜਿਹੇ ਜਿਹੜੇ ਵਰਡ ਹਨ ਇਹ ਅਸਲ ਵਿੱਚ ਬਣ ਜਾਂਦੇ ਹਨ ਕਾਰਦੰਤਕ। ਇਹਨਾਂ ਨੂੰ ਕਹਿੰਦੇ ਹਨ ਜੀ ਇਨਫਿਨਿਟਿਵ ਪਾਰਟੀਸਿਪਲ। ਭਾਵਾਰਥ ਕਾਰਦੰਤਕ ਦਾ ਇੱਕ ਪ੍ਰੇਰਨਾਰਥਕ ਰੂਪ ਵੀ ਹੁੰਦਾ ਹੈ, ਜਿਹਦੇ ਵਿੱਚ ਲਿਖ ਤੋਂ ਤਾਂ ਲਿਖਣਾ ਕਰ ਹੀ ਦਿੱਤਾ ਸੀ, ਪਰ ਲਿਖਣਾ ਤੋਂ ਲਿਖਵਾਉਣਾ ਵੀ ਹੋ ਜਾਂਦਾ ਹੈ, ਡਰਨਾ ਤੋਂ ਡਰਵਾਉਣਾ, ਪੜ੍ਹਨਾ ਤੋਂ ਪੜਵਾਉਣਾ। ਸੋ ਅਜਿਹੇ ਵੱਖਰੇ ਵੱਖਰੇ ਤੁਸੀਂ ਹੋਰ ਸ਼ਬਦ ਜਦੋਂ ਬਣਾਉਂਦੇ ਜਾਂਦੇ ਹੋ ਉਹ ਭਾਵਾਰਥ ਪਾਰਟੀਸਿਪਲ ਦਾ ਹਿੱਸਾ ਬਣਦੇ ਹਨ। ਫਿਰ ਸਾਡੇ ਕੋਲ ਆਉਂਦਾ ਹੈ ਜੀ ਭੂਤ ਕਾਰਦੰਤਕ, ਪਾਸਟ ਪਾਰਟੀਸਿਪਲ। ਇਹਦੇ ਵਿੱਚ ਆਪਾਂ ਕਿਸੇ ਵੀ ਧਾਤੂ ਦੇ ਮਗਰ ਈਆ, ਈੜੀ ਨੂੰ ਸਿਹਾਰੀ, ਐੜੇ ਨੂੰ ਕੰਨਾ, ਜਾਂ ਫਿਰ ਲਿਆ, ਲੱਲੇ ਨੂੰ ਸਿਹਾਰੀ, ਐੜੇ ਨੂੰ ਕੰਨਾ ਲਾ ਦਿੰਦੇ ਹਾਂ। ਜਿਵੇਂ ਆਪਾਂ ਇਹਦੇ ਵਿੱਚ ਕਹਿਣਾ ਹੋਵੇ ਸੋਧ ਵਰਡ, ਉਹਦੇ ਨਾਲ ਆਪਾਂ ਲਾ ਦਈਏ ਸੋਧਿਆ, ਜਾਂ ਫਿਰ ਆਪਾਂ ਕਹਿਣਾ ਹੋਵੇ ਪਾਲ, ਸੋ ਪਾਲਿਆ। ਅਜਿਹੇ ਜਿਹੜੇ ਸ਼ਬਦ ਹੁੰਦੇ ਹਨ ਇਹ ਡਿਫਰੈਂਟ ਤਰ੍ਹਾਂ ਦਾ ਮੀਨਿੰਗ ਰੱਖਦੇ ਹਨ। ਸੋ ਇਹ ਸ਼ਬਦ ਜਿਹੜੇ ਹੁੰਦੇ ਹਨ ਪਾਸਟ ਪਾਰਟੀਸਿਪਲ ਦਾ ਹਿੱਸਾ ਹੁੰਦੇ ਹਨ। ਅੰਗਰੇਜ਼ੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸੋ ਉੱਥੇ ਜਿਹੜੀ ਵਰਬ ਦੀ 3rd ਫਾਰਮ ਹੁੰਦੀ ਹੈ, ਜਦੋਂ ਆਪਾਂ ਗੋ ਕਹਿੰਦੇ ਹਾਂ ਗੋ, ਵੈਂਟ, ਗੋਨ। ਸੋ ਗੋਨ ਜਿਹੜੀ ਹੁੰਦੀ ਹੈ ਉਹ ਪਾਸਟ ਪਾਰਟੀਸਿਪਲ ਹੁੰਦੀ ਹੈ। ਈਟ, ਏਟ, ਈਟਨ, ਜਾਂ ਫਿਰ ਇਸ ਤੋਂ ਇਲਾਵਾ ਸਟੀਲ, ਸਟੋਲ, ਸਟੋਲਨ। ਸੋ ਸਟੋਲਨ ਜਿਹੜੀ ਹੋ ਗਈ ਉਹ ਸਾਡੇ ਕੋਲ ਆ ਗਈ ਜੀ ਪਾਸਟ ਪਾਰਟੀਸਿਪਲ। ਸੋ ਇੱਥੇ ਆਪਾਂ ਲਾਉਂਦੇ ਹਾਂ ਈਆ ਅਤੇ ਲਿਆ। ਇਹਨਾਂ ਦੋਵਾਂ ਨੂੰ ਆਪਾਂ ਜਦੋਂ ਕਿਸੇ ਵੀ ਵਰਡ ਦੇ ਪਿੱਛੇ, ਕਿਸੇ ਵੀ ਧਾਤੂ ਦੇ ਮਗਰ ਜਦੋਂ ਆਪਾਂ ਲਾ ਦਿੰਦੇ ਹਾਂ, ਇੱਥੇ ਸਾਡੇ ਕੋਲ ਬਣਦਾ ਹੈ ਜੀ ਭੂਤ ਕਾਰਦੰਤਕ। ਫਿਰ ਸਾਡੇ ਕੋਲ ਆਉਂਦਾ ਹੈ ਵਰਤਮਾਨ ਕਾਰਦੰਤਕ, ਭਾਵ ਕਿ ਪ੍ਰੈਜ਼ੈਂਟ ਪਾਰਟੀਸਿਪਲ। ਇਹਦੇ ਵਿੱਚ ਆਪਾਂ ਧਾਤੂ ਦੇ ਮਗਰ ਦੱਦੇ ਨੂੰ ਕੰਨਾ ਦਾ, ਇਹਦੀ ਵਰਤੋਂ ਕਰਦੇ ਹਾਂ ਤੇ ਸਾਡੇ ਕੋਲ ਇੱਕ ਵੱਖਰਾ ਸ਼ਬਦ ਬਣ ਕੇ ਤਿਆਰ ਹੋ ਜਾਂਦਾ ਹੈ। ਗਿਣ ਤੋਂ ਗਿਣਦਾ, ਸੁਣ ਤੋਂ ਸੁਣਦਾ, ਪੜ੍ਹ ਤੋਂ ਪੜ੍ਹਦਾ। ਸੋ ਅਸਲ ਵਿੱਚ ਆਪਾਂ ਦੱਦਾ ਤੇ ਉਹਨੂੰ ਨਾਲ ਕੰਨਾ ਲਾ ਕੇ ਆਪਾਂ ਇੱਕ ਨਵਾਂ ਸ਼ਬਦ ਤਿਆਰ ਕਰ ਦਿੱਤਾ ਹੈ। ਜੇ ਸਾਡੇ ਕੋਲ ਹੋਵੇ ਜਾ,
ਸੋ ਜਾ ਦੇ ਨਾਲ ਜਦੋਂ ਆਪਾਂ ਦੱਦੇ ਨੂੰ ਕੰਨਾ ਲਾਵਾਂਗੇ ਤਾਂ ਆਪਾਂ ਜਾਦਾ ਨਹੀਂ ਲਿਖਾਂਗੇ, ਆਪਾਂ ਉੱਥੇ ਇੱਕ ਬਿੰਦੀ ਦਾ ਇਸਤੇਮਾਲ ਕਰਾਂਗੇ। ਸੋ ਇੱਥੇ ਜੱਜੇ ਨੂੰ ਕੰਨਾ ਉੱਤੇ ਲੱਗੇਗੀ ਬਿੰਦੀ, ਫਿਰ ਆਵੇਗਾ ਦੱਦੇ ਨੂੰ ਕੰਨਾ ਜਾਂਦਾ। ਇਸੇ ਤਰੀਕੇ ਨਾਲ ਰੋ ਪਲੱਸ ਦਾ ਤਾਂ ਉੱਤੇ ਬਣ ਜਾਵੇਗਾ ਇਹ ਰੋਂਦਾ। ਇਸ ਤੋਂ ਇਲਾਵਾ ਕਈ ਵਾਰੀ ਆਪਾਂ ਇਹਦੇ ਪਿੱਛੇ ਹੋਇਆ ਵੀ ਲਾ ਦਿੰਦੇ ਹਾਂ। ਸੋ ਜਾਂਦਾ ਹੋਇਆ, ਕਰਦਾ ਹੋਇਆ, ਸੁਣਦਾ ਹੋਇਆ, ਰੋਂਦਾ ਹੋਇਆ, ਬੈਠਦਾ ਹੋਇਆ, ਆਪਾਂ ਇਹਦਾ ਵੱਖਰੇ ਹੋਰ ਸ਼ਬਦ ਜਿਹੜੇ ਹਨ ਇਹਦੇ ਵਿੱਚ ਬਣਾ ਸਕਦੇ ਹਾਂ। ਜਦੋਂ ਮੈਂ ਅੰਗਰੇਜ਼ੀ ਦੇ ਪ੍ਰੈਜ਼ੈਂਟ ਪਾਰਟਿਸਿਪਲ ਦੀ ਗੱਲ ਕਰਾਂ ਉੱਥੇ ਆਪਾਂ ing ਦੀ ਵਰਤੋਂ ਕਰਦੇ ਹਾਂ। ਸੋ ਈਟਿੰਗ, ਸਲੀਪਿੰਗ, ਟਾਕਿੰਗ, ਗੋਇੰਗ ਇਹ ਸਭ ਪ੍ਰੈਜ਼ੈਂਟ ਪਾਰਟਿਸਿਪਲ ਹੁੰਦੇ ਹਨ, ਪਰ ਆਪਣੇ ਇੱਥੇ ਦੱਦੇ ਨੂੰ ਆਪਾਂ ਕੰਨਾ ਲਾ ਦਿੰਦੇ ਹਾਂ ਤੇ ਬਾਕੀ ਦੇ ਦੋ ਰੂਲਸ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ। ਫਿਰ ਸਾਡੇ ਕੋਲ ਆਉਂਦਾ ਹੈ ਜੀ ਪੂਰਵ ਪੂਰਨ ਕਾਰਦੰਤਕ। ਇਹਦੇ ਵਿੱਚ ਆਪਾਂ ਜਿਵੇਂ ਪਹਿਲਾਂ ਆਪਾਂ ਦੱਦੇ ਨੂੰ ਕੰਨਾ ਲਾਇਆ ਸੀ, ਇੱਥੇ ਆਪਾਂ ਕੱਕਾ ਤੇ ਉਹਦੇ ਉੱਤੇ ਲਾਂ ਦੀ ਵਰਤੋਂ ਕਰਕੇ ਕੇ ਦੀ ਵਰਤੋਂ ਕਰਨੀ ਹੈ। ਸੋ ਸਾਡੇ ਕੋਲ ਸ਼ਬਦ ਆ ਜਾਣਗੇ ਹੱਸ ਕੇ, ਬੋਲ ਕੇ, ਗਾ ਕੇ, ਸੁਣ ਕੇ, ਬਹਿ ਕੇ, ਨੱਚ ਕੇ, ਦੱਸ ਕੇ। ਸੋ ਅਜਿਹੇ ਸਾਡੇ ਕੋਲ ਸ਼ਬਦ ਆ ਜਾਣਗੇ ਤੇ ਸਾਡੇ ਕੋਲ ਬਣ ਜਾਵੇਗਾ ਪੂਰਵ ਪੂਰਨ ਕਾਰਦੰਤਕ। ਸੋ ਇਹ ਸੀ ਅੱਜ ਦੀ ਵੀਡੀਓ। ਉਮੀਦ ਕਰਦੀ ਹਾਂ ਕਿ ਧਾਤੂ ਅਤੇ ਕਾਰਦੰਤਕ ਬਾਰੇ ਭਾਵੇਂ ਤੁਹਾਨੂੰ ਜ਼ਿਆਦਾ ਜਾਣਕਾਰੀ ਨਹੀਂ ਦੇ ਪਾਈ ਹੋਵਾਂਗੀ, ਪਰ ਫਿਰ ਵੀ ਤੁਹਾਡੇ ਨਾਲ ਇਹਨਾਂ ਦੀ ਪਹਿਚਾਣ ਜ਼ਰੂਰ ਕਰਾ ਦਿੱਤੀ ਹੋਵੇਗੀ। ਸੋ ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬੀ ਵਿੱਚ ਧਾਤੂ ਆਖਿਰ ਹੁੰਦੇ ਕੀ ਨੇ ਜਾਂ ਫਿਰ ਕਾਰਦੰਤਕ ਕਿਆ ਕਿਹਨੂੰ ਜਾਂਦਾ ਹੈ। ਜੇ ਤੁਸੀਂ ਇਹਨਾਂ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹੋ ਫਿਰ ਤੁਸੀਂ ਬਹੁਤ ਸਾਰੇ ਸਕੋਲਰਸ ਹਨ, ਉਹਨਾਂ ਦੀਆਂ ਬੁੱਕਸ ਹਨ ਜਿੱਥੇ ਉਹਨਾਂ ਨੇ ਸੰਸਕ੍ਰਿਤ ਤੋਂ ਕਿਵੇਂ ਕਿਸੇ ਸ਼ਬਦ ਦੀ ਉਤਪਤੀ ਹੁੰਦੀ ਹੈ ਅਤੇ ਫਿਰ ਪੰਜਾਬੀ ਵਿੱਚ ਉਹਦੇ ਕਿਹੜੇ ਹੋਰ ਰੂਪ ਬਣਦੇ ਹਨ ਉਹਦੇ ਬਾਰੇ ਗੱਲ ਕੀਤੀ ਹੈ। ਤੁਸੀਂ ਉਹਨਾਂ ਨੂੰ ਜ਼ਰੂਰ ਲੈ ਕੇ ਪੜ੍ਹਿਓ, ਕਿਉਂਕਿ ਦੇਖੋ ਜੇ ਤੁਸੀਂ ਬੇਸਿਕ ਪੰਜਾਬੀ ਜਾਣਨਾ ਚਾਹੁੰਦੇ ਹੋ ਫਿਰ ਤਾਂ ਜਿਵੇਂ ਮੈਂ ਪਿਛਲੀ ਵੀਡੀਓ ਤੱਕ ਗੱਲ ਕੀਤੀ ਸਕਰਮਕ ਕਿਰਿਆ, ਅਕਰਮਕ ਕਿਰਿਆ, ਤੁਸੀਂ ਉੱਥੋਂ ਤੱਕ ਪੜ੍ਹ ਸਕਦੇ ਹੋ, ਉਹ ਇਨਫ ਹੈ। ਪਰ ਥੋੜਾ ਜਿਹਾ ਜੇ ਆਪਾਂ ਆਪਣੀ ਪੰਜਾਬੀ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਅੰਗਰੇਜ਼ੀ ਨੂੰ ਧਿਆਨ ਲਾ ਕੇ ਪਾਰਟਿਸਿਪਲ ਤੇ ਬਾਕੀ ਸਭ ਕੁਝ ਪੜ੍ਹਦੇ ਹਾਂ, ਸੋ ਅਸਲ ਵਿੱਚ ਆਪਾਂ ਇਹਦੇ ਤੇ ਅਹਿਸਾਨ ਨਹੀਂ ਕਰ ਰਹੇ ਹੋਵਾਂਗੇ, ਆਪਾਂ ਆਪਣੀ ਬੋਲੀ ਨੂੰ ਹੀ ਚੰਗੇ ਤਰੀਕੇ ਨਾਲ ਸਮਝ ਪਾ ਰਹੇ ਹੋਵਾਂਗੇ। ਸੋ ਚਲੋ ਫਿਰ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਅਗਲੀ ਵੀਡੀਓ ਵਿੱਚ ਗੱਲ ਹੋਵੇਗੀ ਕਾਲ ਦੀ, ਟੈਂਸਿਸ ਦੀ। ਅੱਜ ਦੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਹੈ ਇਹਨੂੰ ਲਾਈਕ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਦੇ ਲਈ ਧੰਨਵਾਦ।